50,000 ਰੁਪਏ ਮਹੀਨੇ ਦਾ ਕਮਾਣਾ ਹੈ। ਹਾਂ ਬਚਤ ਜਿਹਨੂੰ ਅਸੀਂ 10-12 ਦਾ 10-12 ਮਹੀਨੇ ਪਾ ਲੈ 10-12 ਮਹੀਆਂ ਹੋਣ ਤੇ 50,000 ਰੁਪਏ ਮਹੀਨੇ ਦਾ ਕਮਾਇਆ ਜਾ ਸਕਦਾ। ਜੀ ਕਮਾਇਆ ਜਾਂਦਾ। ਠੀਕ ਹੋ ਗਿਆ। ਅੱਖ ਬਿੱਲੀ ਹੋਵੇ, ਕਾਲੀ ਹੋਵੇ, ਕਰੰਗੀ ਹੋਵੇ, ਤਿੰਨ ਤਰ੍ਹਾਂ ਦੀ ਅੱਖ ਹੋਏ। ਜੀ ਧੁੰਨੀ ਵੱਡੀ ਨਹੀਂ ਹੋਣੀ ਚਾਹੀਦੀ, ਧੁੰਨੀ ਛੋਟੀ ਹੋਣੀ ਚਾਹੀਦੀ, ਕਰੋਲੀ ਛੋਟੀ ਹੋਣੀ ਚਾਹੀਦੀ। ਇਹ ਜਿਹੜੀਆਂ ਤੁਸੀਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਨੇ, ਇਹਦੇ ਬਾਅਦ ਮੱਝ ਚੋਣ ਦੀ ਵੀ ਜ਼ਰੂਰਤ ਹੈ। ਜੀ ਸਹੀ ਹੈ। ਫਿਰ ਮੱਝ ਅਗਰ ਚੋਈਏ ਤੇ ਉਹਦੇ ਚਵਾਈ ਚ ਕਿਹੜੀ ਚੀਜ਼ ਵੇਖਣੀ ਚਾਹੀਦੀ ਹੈ? ਚਵਾਈ ਛੱਟਾ ਫੁਹਾਰਾ ਨਾ ਮਾਰੇ, ਮੇਰੀ ਥਣ ਦੇ ਵਿੱਚ ਨਾੜ ਐਲਸ ਨਾ ਹੋਵੇ, ਅੱਛਾ ਮੇਰੀ ਚੋਣ ਚੰਗੀ ਹੋਵੇ, ਡੋਕਲ ਨਾ ਹੋਵੇ, ਫੁਹਾਰਾ ਨਾ ਮਾਰੇ। ਸਹੀ ਹੈ। ਅਸੀਂ ਘੱਟ ਤੋਂ ਘੱਟ 1,60,70,000 ਤੱਕ ਕਮਾਏ ਦੇ ਨੇ। ਅੱਛਾ ਘੱਟ ਤੋਂ ਘੱਟ 1,70,000 ਤੱਕ। ਹਾਂ 1.5 ਤੱਕ 70 ਤੱਕ। ਤੇ ਜਿਹੜੀ 1,70,000 ਦੀ ਹੋਏਗੀ ਜਾਂ 1.5 ਦੀ ਹੋਏਗੀ, ਉਹ ਦੁੱਧ ਕਿੰਨਾ ਦੇਗੀ? ਉਹ ਦੇਗੀ 10 ਕਿਲੋ। ਇਹਦੇ ਆਣਾ 170 ਦੀ। 170 ਦੀ। ਤੇ ਨਸਲ ਕਿਹੜੀ ਹੈ? ਨੀਲੀ ਦੀ। ਨੀਲੀ ਦੀ ਹੈ, ਪਿਓਰ ਨੀਲੀ ਹੈ ਜੀ। ਇਹਦਾ ਲਾਂਗੇ 1,80,000। 1,80,000 ਤੇ ਜਦੋਂ ਸੋਏਗੀ ਇਹ ਪਹਿਲਾਂ ਨੇ ਜਾਂ ਦੂਜਾ ਨੇ? ਪਹਿਲਾਂ ਤੇ ਉੱਥੋਂ ਲਿਆਂਦੀ ਹੈ ਚੀਚਾ ਬਦਨੀਰ ਸਾਈਡ ਜੀ, ਆਰਫ ਵਾਲਿਆਂ। ਠੀਕ ਹੋ ਗਿਆ ਜੀ। ਇਹ ਦੇਾਂਗੇ 1,65,000 ਦੀ। 1,65,000 ਦੀ। ਕਿਸੇ ਵੀ ਭਰਾ ਦਾ ਨੁਕਸਾਨ ਨਾ ਹੋਏ, ਕੋਈ ਉਹਨੂੰ ਐਸੀ ਗੱਲ ਸਮਝਾ ਛੜੋ ਕਿ ਅਗਰ ਇਹ ਕੰਮ ਕਰਨਾ ਹੀ ਇਹ ਕਰੀ ਫਿਰ ਤੇਰਾ ਨੁਕਸਾਨ ਨਹੀਂ ਹੋਏਗਾ। ਦੁੱਧ 'ਚ ਪਾਣੀ ਨਾ ਪਾਏ, ਹੋਏ ਹੋਏ ਜ਼ਬਰਦਸਤ। ਝੂਠ ਨਾ ਮਾਰੇ, ਝੂਠ ਨਾ ਮਾਰੇ, ਦੁੱਧ 'ਚ ਪਾਣੀ ਨਾ ਪਾਏ, ਦੁੱਧ 'ਚ ਪਾਣੀ ਦਾ ਉਹਨੂੰ ਕੋਈ ਘਾਟਾ ਨਹੀਂ। ਇਮਾਨਦਾਰੀ ਕਰੇ ਉਹਨੂੰ ਕੋਈ ਘਾਟਾ ਨਹੀਂ। ਇਮਾਨਦਾਰ ਨਾਲ ਕੰਮ ਕਰੀਏ ਤੇ ਕੋਈ। ਭਾਈਜਨ ਕੀ ਹਾਲ ਹੈ ਤੁਹਾਡਾ? ਠੀਕ ਠਾਕ। ਕੀ ਨਾਂ ਹੈ ਜੀ ਮੇਰੇ ਭਾਈ ਦਾ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼ ਸਾਹਿਬ ਕਿਹੜਾ ਪਿੰਡ ਹੈ? ਇਹ ਡੇਰਾ ਕੁਤਬਦੀਨ ਇਲਾਕਾ ਬਜਵਾਜ਼। ਡੇਰਾ ਕੁਤਬਦੀਨ ਇਲਾਕਾ ਬਜਵਾਜ਼। ਤੁਸੀਂ ਮਾਸ਼ਾਅੱਲਾ ਆਪਣੇ ਇਲਾਕੇ ਵਿੱਚ ਬੜੇ ਮਸ਼ਹੂਰ ਮਰੂਫ ਬੰਦੇ ਹੋ ਔਰ ਗਰੰਟੀ ਦੇ ਨਾਲ ਜਿਹੜਾ ਨਾ ਮੱਝਾਂ ਤੁਸੀਂ ਸੇਲ ਕਰਦੇ ਹੋ। ਜੀ ਤੁਹਾਡੇ ਕੋਲ ਕੁਝ ਮੱਝਾਂ ਮੌਜੂਦ ਨੇ ਜਿਵੇਂ ਕਿ ਸਾਡੇ ਕੈਮਰੇ 'ਚ ਨਜ਼ਰ ਆ ਰਹੀਆਂ ਨੇ। ਜੀ ਅਸੀਂ ਮੱਝਾਂ ਦਾ ਰੇਟ ਵੀ ਪੁੱਛਾਂਗੇ ਔਰ ਕੁਝ ਜਿਹੜਾ ਨੇ ਨਵੇਂ ਬੰਦੇ ਨੂੰ ਤੁਸੀਂ ਮਸ਼ਵਰਾ ਦੇਣਾ, ਕਿਉਂਕਿ ਤੁਸੀਂ ਵਪਾਰੀ ਹੋ। ਜੋ ਹਕੀਮ ਜਾਣਦਾ ਉਹ ਮਰੀਜ਼ ਨਹੀਂ ਜਾਣਦਾ, ਔਰ ਜੋ ਵਪਾਰੀ ਜਾਣਦਾ ਉਹ ਫਾਰਮਰ ਨਹੀਂ ਜਾਣਦਾ। ਸਭ ਤੋਂ ਪਹਿਲੇ ਸਾਨੂੰ ਦੱਸਿਓ ਕਿ ਇੱਕ ਨਵੇਂ ਬੰਦੇ ਨੇ ਕਾਰੋਬਾਰ ਸ਼ੁਰੂ ਕਰਨਾ ਹੈ, ਜੀ ਉਹ ਵੱਡੀ ਤੋਂ ਜ਼ਿਆਦਾ ਤੇ ਕੋਈ ਹੱਦ ਨਹੀਂ, ਘੱਟ ਤੋਂ ਘੱਟ ਕਿੰਨੀਆਂ ਮੱਝਾਂ ਲੈ ਤਾਂ ਅੱਗੇ ਦੇ 50 ਅਫਰਾਦ ਦਾ ਖਾਨਦਾਨ ਪਲ ਜੇ? 10 ਤੋਂ 20 ਮੱਝਾਂ ਦੇ ਹੋਣੀ ਚਾਹੀਦੀਆਂ। 10 ਤੋਂ 20? ਹਾਂ ਲੇਕਿਨ 10 ਤੋਂ 20 ਮੱਝਾਂ ਜ਼ਿਆਦਾ ਨਹੀਂ ਤੁਸੀਂ ਕਹਿ ਰਹੇ? 10 ਕਰ ਲਓ, 12 ਕਰ ਲਓ। ਯਾਨੀ ਅਗਰ ਉਹਨੇ 50,000 ਰੁਪਏ ਮਹੀਨੇ ਦਾ ਕਮਾਣਾ ਹੈ, ਹਾਂ ਬਚਤ ਜਿਹਨੂੰ ਅਸੀਂ 10-12 ਦਾ 10-12 ਮਹੀਨੇ ਪਾ ਲੈ 10-12 ਮਹੀਆਂ ਹੋਣ ਤੇ 50,000 ਰੁਪਏ ਮਹੀਨੇ ਦਾ ਕਮਾਇਆ ਜਾ ਸਕਦਾ। ਜੀ ਕਮਾਇਆ ਜਾਂਦਾ। ਠੀਕ ਹੋ ਗਿਆ। ਇਹ ਫੈਮਿਲੀ ਨਾਲੋਂ ਇਹ ਲਫ਼ਜ਼ ਅੱਛਾ ਹੈ ਕਿ ਅਗਰ 50,000 ਰੁਪਏ ਉਹ ਆਮਦਨ ਲੈਣਾ ਚਾਹੁੰਦਾ ਹੈ ਤੇ ਉਹ 10 ਕ ਮੱਝਾਂ ਪਾਲ ਲੇ। ਤੇ ਕਿਹੜੀ ਨਸਲ ਦੀਆਂ ਮੱਝਾਂ ਲਿਓ? ਮੱਝਾਂ ਨੀਲੀ, ਅਰਫ ਵਾਲਾ, ਚੀਚਾ ਬਦਨ, ਬੁਰਾ ਬਿਹਾੜੀ। ਠੀਕ ਹੋ ਗਿਆ। ਤੇ ਤੁਸੀਂ ਉੱਥੋਂ ਜਾ ਕੇ ਮੱਝਾਂ ਲਿਆਂਦੇ ਹੋ? ਜੀ ਅਸੀਂ ਅਰਫ ਵਾਲੇ ਲੈਂਦੇ ਹਾਂ। ਤੇ ਮੱਝਾਂ ਤੁਸੀਂ ਗਰੰਟੀ ਨਾਲ ਦਿੰਦੇ ਹੋ ਤੁਸੀਂ ਲਿਆ ਕੇ? ਜਿਹੜੀ ਨੀਲੀਆਂ, ਇਹ ਜਿਹੜੀ ਤੁਹਾਡੇ ਕੋਲ ਨਸਲ ਹੈ ਇਸ ਟਾਈਮ ਕਿਹੜੀ ਹੈ? ਇਹ ਮੱਝਾਂ ਅਰਫ ਵਾਲੇ ਦੀਆਂ। ਅਰਫ ਵਾਲੇ ਦੀਆਂ ਨੇ। ਇਹਨੂੰ ਅਸੀਂ ਨੀਲੀ ਕਵਾਂਗੇ ਜਾਂ ਰਾਵੀ ਕਵਾਂਗੇ? ਨੀਲੀ ਰਾਵੀ। ਨੀਲੀ ਰਾਵੀ ਮਿਕਸ ਨੇ ਜੀ। ਠੀਕ ਹੋ ਗਿਆ। ਅੱਛਾ ਭਾਈ ਨਵਾਜ਼, ਤੁਸੀਂ ਮੋਟਾ ਸਾਨੂੰ ਦੱਸ ਦੇਣਾ ਹੈ ਕਿ ਜਿਹੜਾ ਬੰਦਾ ਮੱਝਾਂ ਲੈਣ ਜਾਂਦਾ ਹੈ ਜੀ ਉਹ ਕਿਹੜੀ ਨਿਸ਼ਾਨੀ ਮੱਝ ਦੀ ਧਿਆਨ 'ਚ ਰੱਖੇ ਤਾਂ ਕਿ ਉਹਨੂੰ ਜਿਹੜਾ ਨਾ ਧੋਖਾ ਮੱਝ ਇੱਕ ਰੰਗੀ ਹੋਵੇ, ਥਣ ਛਿੰਡੇ ਹੋਣ। ਅੱਛਾ ਕੱਲਾ ਥਣ ਹੋਏ। ਮੈਂ ਇੱਕ ਕਰਕੇ ਪੁੱਛਾਂਗਾ। ਸਭ ਤੋਂ ਪਹਿਲੇ ਉਹਦੇ ਸਿੰਘ ਕਿਹੋ ਜਿਹੇ ਹੋਣ? ਸਿੰਘ ਕੁੰਡੇ ਹੋਣ। ਕੁੰਡੇ ਸਿੰਘ ਹੋਣ, ਪੱਟੀਦਾਰ ਹੋਣ। ਪੱਟੀਦਾਰ ਮੱਛ ਕਾਲੀ ਹੋਵੇ। ਠੀਕ ਹੈ। ਤੇ ਅੱਖ ਜਿਹੜੀ ਉਹ ਕਿਹੋ ਜਿਹੀ ਹੋਏ? ਅੱਖ ਬਿੱਲੀ ਹੋਵੇ, ਕਾਲੀ ਹੋਵੇ, ਕਰੰਗੀ ਹੋਵੇ। ਤਿੰਨ ਤਰ੍ਹਾਂ ਦੀ ਅੱਖ ਹੋਏ ਜੀ। ਚਮੜੀ ਕਿਹੋ ਜਿਹੀ ਹੋਏ? ਮੱਛ ਕਾਲੀ ਹੋਵੇ ਜਾਂ ਬੂਰੇ ਰੰਗ ਦੀ ਹੋਵੇ। ਅੱਛਾ। ਤੇ ਵਰੀ ਪੂਛ ਲਿਓ ਕਿੱਡੀ ਲੰਮੀ ਹੋਏ? ਪੂਛੜ ਜ਼ਮੀਨ ਤੋਂ ਉੱਤੇ ਹੋਵੇ ਥੋੜੀ ਜੀ, ਯਾਨੀ ਕਿ 1 ਇੰਚ ਉੱਤੇ ਹੋਏ ਜੀ। ਵਾਨਾ ਉਹਦਾ ਕਿਹੋ ਜਿਹਾ ਹੋਏ? ਵਾਨਾ ਪੱਧਰਾ ਹੋਵੇ, ਪਿਛਾਂ ਨੂੰ ਚੱਡਾ ਹੋਇਆ, ਮੈਂ ਪਿਛਾਂ ਨੂੰ ਨਿਕਲਿਆ ਹੋਏ। ਹਾਂ ਮੂਤਰੀ ਤੱਕ। ਜ਼ਬਰਦਸਤ। ਤੇ ਦੂਸਰੇ ਨੰਬਰ ਦੱਸਿਓ ਕਿ ਉਹਦੇ ਥਣ ਜਿਹੜੇ ਥਣ ਚਾਰੇ ਹੋਣ। ਉਹ ਮੁੱਠੀ ਜੀ, ਮੁੱਠ ਥਣ ਹੋਏ। ਮੁੱਠ ਥਣ ਔਰ ਛੋਟੇ ਥਣ ਤੇ ਜੀ। ਕਿੰਨਾ ਵਕਫਾ ਹੈ ਦੋ ਥਣਾਂ ਦੇ ਦਰਮਿਆਨ? ਗਿੱਠ ਦਾ ਫਰਕ ਹੋਣਾ ਚਾਹੀਦਾ। ਗਿੱਠ ਦਾ ਹੋਣਾ ਚਾਹੀਦਾ। ਤੇ ਥਣ ਜਿਹੜੇ ਨੇ ਉਹ ਉਤਲੇ ਤੇ ਪਿਛਲੇ ਜਿਹੜੇ ਨੇ ਉਹਨਾਂ ਦੀ ਕੀ ਪਛਾਣ ਹੈ? ਵੱਡੇ ਲੰਮੇ ਜਾਂ ਪਿਛਲੇ ਅਗਲੇ ਛੋਟੇ ਹੋਣੇ ਚਾਹੀਦੇ, ਪਿਛਲੇ ਥੋੜੇ ਲੰਮੇ ਹੋਣੇ ਚਾਹੀਦੇ। ਜ਼ਬਰਦਸਤ। ਇਹ ਹੱਡੀ ਜਿਹੜੀ ਹੁੰਦੀ ਹੈ ਇੱਕ ਹੈ ਜਾਂ ਪੁੱਠ ਦੀਆਂ 3 ਹੋਣ? ਜੀ। ਇੱਕ ਹੱਡੀ ਮਾਈ ਬਹੁਤ ਚੰਗੀ ਹੁੰਦੀ ਹੈ। ਬਹੁਤ ਹੀ ਚੰਗੀ ਹੁੰਦੀ ਹੈ। ਤੇ ਮੂੰਹ ਜਿਹੜਾ ਵੇ ਉਹ ਪਤਲਾ ਹੋਏ। ਜੀ। ਤੇ ਧੌਣ ਜਿਹੜੀ ਉਹਦੇ ਬਾਰੇ ਕੀ ਤੁਹਾਡਾ ਹੈ? ਧੌਣ ਅੱਗੋਂ ਪਤਲੀ ਹੋਵੇ, ਮਾਂ ਦਾ ਪੁੱਠਾ ਵੱਡਾ ਹੈ। ਜ਼ਬਰਦਸਤ। ਤੇ ਧੁੰਨੀ ਕਰੋਲੀ ਦੇ ਬਾਰੇ ਕੀ ਕਹਿੰਦੇ? ਧੁੰਨੀ ਵੱਡੀ ਨਹੀਂ ਹੋਣੀ ਚਾਹੀਦੀ, ਧੁੰਨੀ ਛੋਟੀ ਹੋਣੀ ਚਾਹੀਦੀ, ਕਰੋਲੀ ਛੋਟੀ ਹੋਣੀ ਚਾਹੀਦੀ। ਇਹ ਜਿਹੜੀਆਂ ਤੁਸੀਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਨੇ, ਇਹਦੇ ਬਾਅਦ ਮੱਝ ਚੋਣ ਦੀ ਵੀ ਜ਼ਰੂਰਤ ਹੈ? ਜੀ। ਸਹੀ ਹੈ। ਫਿਰ ਮੱਝ ਅਗਰ ਚੋਈਏ ਤੇ ਉਹਦੇ ਚਵਾਈ 'ਚ ਕਿਹੜੀ ਚੀਜ਼ ਵੇਖਣੀ ਚਾਹੀਦੀ ਹੈ? ਚਵਾਈ ਛੱਟਾ ਫੁਹਾਰਾ ਨਾ ਮਾਰੇ, ਮੇਰੀ ਥਣ ਦੇ ਵਿੱਚ ਨਾੜ ਐਲਸ ਨਾ ਹੋਵੇ। ਅੱਛਾ। ਮੇਰੀ ਚੋਣ ਚੰਗੀ ਹੋਵੇ, ਡੋਕਲ ਨਾ ਹੋਵੇ, ਫੁਹਾਰਾ ਨਾ ਮਾਰੇ। ਸਹੀ ਹੈ। ਕੁਛ ਉਹਦੇ ਨੂੰ ਮੱਝਾਂ ਲੈਣ ਜਾਂਦੇ ਨੇ ਤੇ ਉਹਨਾਂ ਨੂੰ ਦਾ ਲੱਗ ਜਾਂਦਾ ਜਾਂ ਉਹਨਾਂ ਨਾਲ ਲਾਵੇਂ ਲਾਏ ਹੁੰਦੇ ਨੇ, ਉਹਦਾ ਫਿਰ ਕੀ ਹੱਲ ਹੈ? ਉਹਦਾ ਐਵੇਂ ਘਰੋਂ ਮੱਝ ਲਈ ਹੋਏ ਨਾ ਤੇ ਫਿਰ ਉਹਦਾ ਦਾ ਨਹੀਂ ਲੱਗਦਾ ਉਹਨੂੰ। ਅੱਛਾ। ਮੱਝਾਂ ਜਿਹੜੀਆਂ ਨੇ ਕਿੱਥੋਂ ਖਰੀਦਣੀਆਂ ਚਾਹੀਦੀਆਂ ਨੇ? ਮੱਝਾਂ ਵਪਾਰੀ ਦੇ ਡੇਰੇ ਖਰੀਦਣੀ ਚਾਹੀਦੀਆਂ। ਵਪਾਰੀ ਜਿਹੜੀ ਤੁਹਾਡਾ ਗਾਰੰਟੀ ਵਾਲਾ ਬੰਦਾ। ਸਹੀ ਹੋ ਗਿਆ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੱਝ ਜਿਹੜੀ ਹੈ ਇਸ ਟਾਈਮ ਤੁਹਾਡੇ ਕੋਲ ਜਿਹੜੀ ਹੈ ਮੱਝਾਂ ਨੇ, ਇਹਨਾਂ ਦੇ ਘੱਟ ਤੋਂ ਘੱਟ ਔਰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਰੇਟ ਨੇ? ਅਸੀਂ ਘੱਟ ਤੋਂ ਘੱਟ 1,60,70,000 ਤੱਕ ਕਮਾਏ ਦੇ ਨੇ। ਅੱਛਾ। ਘੱਟ ਤੋਂ ਘੱਟ 1,70,000 ਤੱਕ? ਹਾਂ 1.5 ਤੱਕ 70 ਤੱਕ। ਤੇ ਜਿਹੜੀ 1,70,000 ਦੀ ਹੋਏਗੀ ਜਾਂ 1.5 ਦੀ ਹੋਏਗੀ, ਉਹਦਾ ਉਹ ਦੁੱਧ ਕਿੰਨਾ ਦੇਗੀ? ਉਹ ਦੇਗੀ 10 ਕਿਲੋ।
ਮੱਝ ਪਹਿਲਾਂ ਲੈਣੀ ਚਾਹੀਦੀ ਹੈ ਜਾਂ ਦੂਜਣ? ਪਹਿਲਾਂ ਦੂਜੇ ਨੂੰ ਹੋਵੇ ਚੰਗੀ ਹੁੰਦੀ। ਅੱਛਾ, ਪਹਿਲਾਂ ਵੀ ਚੰਗੀ ਹੁੰਦੀ ਹੈ ਤੁਹਾਡੀ ਨਜ਼ਰ 'ਚ? ਪਹਿਲਾਂ ਬਹੁਤ ਹੀ ਚੰਗੀ ਹੁੰਦੀ। ਉਹ ਕਿਉਂ? ਪਹਿਲਾਂ ਸੂਏ ਝੋਟੀ, ਫਿਰ 2-3 ਸੂਏ ਬੰਦਾ ਚੋਵੇ, ਫਿਕਰ ਨਹੀਂ ਹੁੰਦਾ। ਤੇ ਤੁਹਾਡੀ ਨਜ਼ਰ ਦੇ ਵਿੱਚ ਅਗਰ ਸੇਵਾ ਵੀ ਮੱਝ ਦੀ ਕਰੀਏ, ਕੁਝ ਕਹਿੰਦੇ ਨੇ ਕਿ ਜੀ ਮੱਝ ਜਿਹੜੀ ਹੈ ਨਾ ਡੰਗਰ ਬੁੱਢਾ ਨਹੀਂ ਹੁੰਦਾ, ਮਾਲਕ ਬੁੱਢਾ ਹੋ ਜਾਂਦਾ ਜੀ। ਤੁਹਾਡਾ ਕੀ ਜ਼ੇਨ ਹੈ ਕਿ ਕਿੰਨੀ ਕੁ ਦੇਰ ਤੱਕ ਸੇਵਾ ਕਰੀਏ ਤਾਂ ਠੀਕ, ਦੁੱਧ ਸ਼ੁੱਧ ਦਿੰਦੀ ਰਹਿੰਦੀ ਹੈ? ਉਂਝ ਤੁਹਾਡੀ ਨਜ਼ਰ 'ਚ ਐਜ਼ ਅ ਵਪਾਰੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨੇ ਕੁ ਸੂਏ ਲੈਣੇ ਚਾਹੀਦੇ ਨੇ ਮੱਝ ਕੋਲੋਂ ਜ਼ਿਆਦਾ ਤੋਂ ਜ਼ਿਆਦਾ? ਮੱਝ 8 ਸੂਏ ਸੂਪ ਹੋਵੇ, 10 ਸੂਏ ਸੂਪ ਹੋਵੇ, ਸੇਵਾ ਹੋਣੀ ਚਾਹੀਦੀ। ਸਹੀ ਹੈ। ਤੇ ਉਹ ਫਿਰ ਉਹਦੇ ਬਾਅਦ ਉਹਨੂੰ ਫਰਕ ਕਰ ਦਿਓ ਜੀ। ਸਹੀ ਹੋ ਗਿਆ। ਅੱਛਾ, ਤੁਸੀਂ ਵਪਾਰ ਦਾ ਵੀ ਕੰਮ ਕਰਦੇ ਹੋ ਮਾਸ਼ਾਅੱਲਾ। ਹੁਣ ਸਾਨੂੰ ਤੁਸੀਂ ਆਪਣੀਆਂ ਮੱਝਾਂ ਵੀ ਵਿਖਾਣੀਆਂ, ਉਹਨਾਂ ਦੇ ਰੇਟ ਵੀ ਦੱਸਣੇ ਨੇ, ਸਾਡੇ ਨਾਜ਼ਰੀਨ ਵੇਖਣਗੇ, ਤੁਹਾਡੇ ਨਾਲ ਰਾਬਤਾ ਕਰਨਗੇ ਇਨਸ਼ਾਅੱਲਾ। ਜਿਹੜੇ ਵੀਰ ਮੱਝ ਲੈਣਾ ਚਾਹੁੰਦੇ ਨੇ, ਮੱਝ ਖਰੀਦਣਾ ਚਾਹੁੰਦੇ ਨੇ, ਇੱਕ ਇੱਕ ਕਰਕੇ ਸਾਨੂੰ ਮੱਝ ਦੱਸਿਓ। ਇਹ ਪਹਿਲੀ ਮੱਝ ਕੋਈ ਅਸੀਂ ਖਲੋਤੇ ਆ, ਤੇ ਇਹਦਾ ਕੀ ਜੇ ਹਿਸਾਬ ਕਿਤਾਬ? ਇਹਦੇ ਆਣਾ 170 ਦੀ। 170 ਦੀ। ਤੇ ਨਸਲ ਕਿਹੜੀ ਹੈ? ਨੀਲੀ ਦੀ ਹੈ, ਪਿਓਰ ਨੀਲੀ ਹੈ ਜੀ। ਸਹੀ ਹੈ। ਔਰ ਇਹ ਦੱਸਿਓ ਇਹਦੇ ਥੱਲੇ ਦੁੱਧ ਕਿੰਨਾ ਜੇ? ਦੁੱਧ ਦੇ ਥੱਲੇ ਅਸਲੇ 8 ਕਿਲੋ ਹੈ। 8 ਕਿਲੋ ਹੈ ਵੇ। ਤੇ ਨਾਲ ਜਾ ਇਹਦਾ ਬੱਚਾ ਨਹੀਂ ਦਾ, ਮਰ ਗਿਆ। ਤੇ ਬਗੈਰ ਜਾ ਤੋਂ ਮਿਲ ਜਾਏਗੀ ਜੀ? ਪਹਾੜੇ ਤੇ ਮਿਲ ਜਾਏਗੀ ਜੀ, ਪਹਾੜੇ। ਵੰਗਾਂ ਤੋਂ ਬਗੈਰ? ਵੰਗਾ ਲੱਗੀ। ਵੰਗਾਂ ਲੱਗੀਆਂ ਨੇ, ਕੋੜੀ ਤੇ ਨਹੀਂ ਨਾ। ਜ਼ਬਰਦਸਤ। ਇਹ ਦੂਸਰੀ ਮੱਝ ਦੱਸੋ। ਇਹ ਸੂਣ ਵਾਲੀ ਹੈ। ਇਹ ਸੂਣ ਵਾਲੀ ਹੈ, ਗੱਭਣ ਹੈ ਜੀ। ਤੇ ਇਹ ਕਿੰਨੇ ਕਿ ਚਿਰ ਤੱਕ ਇਹਨੇ ਸੂਪ ਪਾਣਾ? ਇਹ ਰਹਿ ਗਏ ਨੇ ਕੋਈ 10 ਦਿਨ। 10 ਦਿਨ ਰਹਿ ਗਏ ਨੇ। ਤੇ ਇਹਦੇ ਕੀ ਇਹਦਾ ਰੇਟ ਲਵੋਗੇ? ਇਹਦਾ ਲਾਂਗੇ 1,80,000। 1,80,000। ਤੇ ਜਦੋਂ ਸੋਏਗੀ ਇਹ ਪਹਿਲਾਂ ਨੇ ਜਾਂ ਦੂਜਾ ਨੇ? ਪਹਿਲਾਂ। ਤੇ ਉੱਥੋਂ ਲਿਆਂਦੀ ਹੈ ਚੀਚਾ ਬਦਨੀ ਵਾਲੀ ਸਾਈਡ ਤੋਂ? ਆਰਫ ਵਾਲਿਆਂ। ਠੀਕ ਹੋ ਗਿਆ। ਤੇ ਇਹਦਾ ਰੇਟ ਤੁਸੀਂ ਦੱਸ ਦਿੱਤਾ। ਦੁੱਧ ਕਿੰਨਾ ਹੋਏਗਾ? ਦੁੱਧ ਦੇਗੀ ਜਦੋਂ ਸੂਏਗੀ 10 ਤੋਂ 12 ਕਿਲੋ। 10 ਤੋਂ 12 ਕਿਲੋ ਜੀ। ਜ਼ਬਰਦਸਤ ਜੀ ਨਾਜ਼ਰੀਨ। ਮੱਝ ਨੰਬਰ 3। ਅੱਛਾ, ਇਹ ਕਿਹੜੀ ਨਸਲ ਜੇ? ਇਹ ਚੀਚਾ ਤੋਂ ਲੈਂਦੀ ਹੈ। ਇਹ ਚੀਚਾ ਬਦਨੀ ਆਈ ਹੈ ਜੀ ਮਾਸ਼ਾਅੱਲਾ। ਪੁੱਠਾ ਵੇਖੋ ਜੀ, ਇਹਦਾ ਜ਼ਬਰਦਸਤ ਪੁੱਠਾ ਹੈ, ਬਿਲਕੁਲ ਕਾਲੀ ਸ਼ਾਹ ਹੈ। ਤੇ ਮੱਝ ਦੇ ਕੁੰਡੇ ਸਿੰਘ ਨੇ, ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ। ਇਹ ਸੂਈ ਹੈ ਜਾਂ ਸੂਣ ਵਾਲੀ? ਸੂਣ ਵਾਲੀ ਹੈ। ਇਹ ਕਿੰਨੇ ਦਿਨ ਚ ਸੂਏਗੀ? ਇਹ ਕੋਈ ਦਿਨ 10 ਤੋਂ 15 ਕੱਢੇਗੀ। 10 ਤੋਂ 15 ਦਿਨ ਕੱਢੇਗੀ। ਠੀਕ ਹੈ। ਤੇ ਦੁੱਧ ਇਹਦੇ ਕਿੰਨਾ ਵਿੱਚ ਹੋਏਗਾ ਜੇ ਥੱਲੇ ਇਨਸ਼ਾਅੱਲਾ? ਦੁੱਧ ਦੇਗੀ 14-15 ਸੇ। ਇਹ ਵੇਖੋ ਜੀ, ਬਹਾਨਾ ਵੇਖੋ, ਤਸੱਲੀ ਕਰੋ। ਇਹ ਭਾਈਜਾਨ ਬਿਲਕੁਲ ਪੁੱਛਲ ਜਿਹੜੀ ਥੱਲੇ ਲੱਗ ਰਹੀ ਹੈ, ਕਾਲੀ ਸ਼ਾਹ ਚਮੜੀ ਹੈ, ਬਿਲਕੁਲ ਸੋਹਣੀ ਤੇ ਸੁਥਰੀ ਮੱਝ ਹੈ ਜੀ। ਭਾਈਜਾਨ ਇਹਦੇ ਬਾਰੇ ਦੱਸਿਓ ਜੀ। ਛੋਟੀ ਜੀ, ਇਹ ਜਿਹੜੀ ਚੌਥੇ ਨੰਬਰ ਤੇ ਜੀ, ਇਹ ਦੇਾਂਗੇ 1,65,000 ਦੀ। 1,65,000 ਦੀ ਜੀ। ਇਹਦੀ ਕੀ ਵਜ੍ਹਾ ਜੀ? ਇਹ ਸੂਣ ਵਾਲੀ ਹੈ। ਤੇ ਕਿੰਨੇ ਇਹਦੇ ਸੂਆ ਪਹਿਲਾਂ ਜਾਂ ਦੂਸਰਾ? ਪਹਿਲਾਂ ਨੇ। ਇਹ ਵੀ ਉੱਥੋਂ ਹੀ ਆਈ ਹੈ ਆਰਫ ਵਾਲੇ ਚੋਂ? ਜੀ। ਤੇ ਸਾਰੀਆਂ ਨੀਲੀ ਬਾਰਦੀਆਂ ਨੇ ਜੀ। ਤੇ ਇਹ ਆਖਰੀ ਜਿਹੜੀ ਮੱਝ ਨਜ਼ਰ ਆ ਰਹੀ ਜੀ, ਇਹ ਲੈਂਦੀ ਚੀਚਾ ਉਹਨੂੰ ਛੋਟੀ, ਖਾਸ ਨੀਲੀ ਦੀ। ਦੀ ਹੈ। ਠੀਕ ਹੋ ਗਿਆ। ਮੱਝ ਕਾਲੀ ਬਿਲਕੁਲ। ਤੇ ਇਹਦਾ ਕੀ ਰੇਟ ਜੇ? ਇਹਦਾ 3 ਲੱਖ ਰੁਪਏ। 3 ਲੱਖ ਰੁਪਏ ਜੀ। ਤੇ ਇਹਦੇ ਥੱਲੇ ਦੁੱਧ ਕਿੰਨਾ ਹੋਏਗਾ? ਦੁੱਧ ਅਸਲੇ 10 ਕਿਲੋ ਹੈ। 4 ਦਿਨ ਹੋ ਗਏ ਨੇ ਸੂਈ ਨੂੰ। 4 ਦਿਨ ਹੋ ਗਏ ਨੇ ਮਾਸ਼ਾਅੱਲਾ। 10 ਕਿਲੋ ਹੈ। ਪਿੱਛੇ ਕੀ ਹਜ਼ਾਰ? ਪਿੱਛੇ ਕੱਟੀ ਹੈ। ਕੱਟੀ ਸਮੇਤ ਜਿਹੜਾ 3 ਲੱਖ ਰੁਪਏ ਦੀ ਜੀ। ਤੇ ਇਹਦਾ ਫਾਈਨਲ ਰੇਟ ਜਿਹੜੇ ਨੇ ਤੁਸੀਂ ਉਹ ਦੱਸ ਰਹੇ ਹੋ ਜਾਂ ਕੋਈ ਘਾਟਾ ਵਾਧਾ ਵੀ ਕਰੋਗੇ ਸਾਡੇ ਨਾਲ? ਕਰ ਲਾਂਗੇ 10-5,000 ਰੁਪਏ। ਸਹੀ ਹੋ ਗਿਆ। ਆਪਣਾ ਪਤਾ ਵੀ ਦੱਸ ਦਿਓ ਤੇ ਆਪਣਾ ਨੰਬਰ ਵੀ ਦੱਸਿਓ। ਮੁਹੰਮਦ ਨਵਾਜ਼ ਡੇਰਾ ਕੁਤਬਦੀਨ ਇਲਾਕਾ ਬਜਵਾਤ। ਸਹੀ ਹੈ। ਅੱਛਾ ਭਾਈ ਨੂੰ ਅੱਜ ਤੁਹਾਡੇ ਨਾਲ ਮੱਝਾਂ ਦੇ ਬਾਰੇ ਨਾਲ ਗੱਲ ਹੋ ਗਈ ਹੈ ਮਾਸ਼ਾਅੱਲਾ। ਤੁਹਾਡੇ ਕੋਲ ਮੱਝਾਂ ਆਉਂਦੀਆਂ ਰਹਿੰਦੀਆਂ ਨੇ, ਜਿਹੜੇ ਕਿਸੇ ਭਾਈ ਨੇ ਮੱਝਾਂ ਲੈਣੀਆਂ ਹੋਣਗੀਆਂ ਤੁਹਾਡੇ ਨਾਲ ਰਾਬਤਾ ਕਰ ਲੇਗਾ। ਹੁਣ ਚੰਦ ਇੱਕ ਕੀਮਤੀ ਗੱਲਾਂ ਸਾਨੂੰ ਦੱਸ ਦਿਓ ਕਿ ਮੱਝ ਜਿਹੜੀ ਹੈ ਅਗਰ ਉਹ ਡੱਕਾ ਲੱਗਾ ਹੈ ਤੇ ਉਹਦੀ ਕੀ ਨਿਸ਼ਾਨੀ ਹੁੰਦੀ ਹੈ ਕਿ ਮੱਝ ਨੂੰ ਡੱਕਾ ਲੱਗਾ? ਡੱਕਾ ਲੱਗੀ ਹੋਏਗਾ, ਥਣਾ ਦੇ ਪਸਮੀ ਹੋਏਗੀ। ਅੱਛਾ, ਥਣ ਪਸਮੇ ਹੋਣਗੇ ਜੀ। ਤੇ ਉਹ ਧਾਰਾ ਮਾਰ ਕੇ ਪਤਾ ਚੱਲ ਜਾਂਦਾ ਜੀ, ਉਹਦੀ ਸਮੈਲ ਵਗੈਰਾ ਤੋਂ ਵੀ? ਜੀ। ਸਹੀ ਹੈ। ਹੁਣ ਤੁਸੀਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਦੱਸਣੀ ਹੈ। ਸਾਡੇ ਲੋਕ ਅਕਸਰ ਪੁੱਛਦੇ ਨੇ ਕਿ ਮੱਝ ਤੇ ਅਸੀਂ ਖਰੀਦ ਲਈ, ਉਸ ਸਾਈਡ ਤੋਂ ਮੱਝ ਆਉਂਦੀ ਹੈ, ਉਹਨੂੰ ਪਾਣੀ ਲੱਗ ਹੋ ਜਾਂਦਾ, ਉਹਦਾ ਕੀ ਇਲਾਜ ਕਰੀਏ? ਉਹਨੂੰ ਆਂਦਾ ਟਿਕੇ ਛਿਕੇ ਲਾਉਣੇ ਚਾਹੀਦੇ ਨੇ, ਭਾਵੇਂ ਕਰਾਉਣ ਦੇ, ਮਿਰਚ ਮਸਾਲਾ ਦੇਣਾ ਚਾਹੀਦਾ ਤੇ ਫਿਰ ਪਾਣੀ ਲੱਗ ਨਹੀਂ ਹੋਏਗਾ ਜੀ। ਠੀਕ ਹੋ ਗਿਆ। ਤੇ ਮੱਝ ਅਸੀਂ ਉਹਨੂੰ ਲੈਣ ਦੀ ਔਰ ਪਾਣੀ ਲਾਗ ਵਾਲਾ ਵੀ ਮਸਲਾ ਹੱਲ ਹੋ ਗਿਆ। ਹੁਣ ਸਾਡੇ ਇੱਥੇ ਪਾਣੀ ਨਾਲ ਉਹ ਮਿਲ ਜਾਂਦੀਆਂ ਨੇ ਮੱਝਾਂ ਜੀ? ਕੋਈ ਮਸਲਾ ਤਾਂ ਇਹਨਾਂ ਨੂੰ ਹੁੰਦਾ? ਨਹੀਂ, ਕੋਈ ਮਸਲਾ ਨਹੀਂ, ਪਾਣੀ ਸਹਾਂਦਾ ਇਹਨਾਂ ਜੀ। ਤੇ ਦੂਸਰੇ ਨੰਬਰ ਤੇ ਇਹ ਦੱਸਿਓ ਕਿ ਵੰਡਾ ਇਹਨਾਂ ਨੂੰ ਕਿਹੜਾ ਪਾਈਏ ਜਿਹੜਾ ਤੁਹਾਡੀ ਨਜ਼ਰ 'ਚ ਸਭ ਤੋਂ ਬਿਹਤਰੀਨ ਵੰਡਾ ਹੈ? ਕਿਉਂਕਿ ਲੋਕ ਜਦੋਂ ਵਪਾਰੀਆਂ ਕੋਲ ਮੱਝ ਲੈਂਦੇ ਨੇ, ਮੱਝ 10 ਕਿਲੋ 12 ਕਿਲੋ 15 ਕਿਲੋ ਦੁੱਧ ਦਿੰਦੀ ਹੈ, ਲੇਕਿਨ ਜਦੋਂ ਉਹ ਖੜਦੇ ਨੇ ਉਹ ਸੇਵਾ ਨਹੀਂ ਕਰ ਪਾਉਂਦੇ, ਦੁੱਧ ਘਟ ਜਾਂਦਾ। ਫਿਰ ਉਹ ਰੋਟੀਆਂ ਪਾਣੀ ਚਾਹੀਦੀਆਂ, ਕੋੜੀ ਖਾਲ ਪਾਣੀ ਚਾਹੀਦੀ, ਦਾਲਾ ਪਾਉਣਾ ਚਾਹੀਦਾ, ਕਣਕ ਦਾ ਦਾਲਾ, ਕੋੜੀ ਖਾਲ, ਹੋਰ ਤਾਰਾ ਮੀਰਾ ਪਾ ਲਓ। ਤਾਰਾ ਮੀਰਾ ਪਾ ਲਈਏ। ਠੀਕ ਹੈ। ਇੱਕ ਦੋ ਮਸਲੇ ਜਿਹੜੇ ਨੇ ਅੱਜ ਕੱਲ੍ਹ ਬੜੇ ਅਹਿਮ ਆ ਰਹੇ ਨੇ, ਇੱਕ ਇਹਨਾਂ ਨੂੰ ਸਾੜੂਆ ਹੀ ਜਾਂਦਾ ਜੀ, ਠੀਕ ਹੈ, ਔਰ ਦੂਸਰਾ ਜਿਹੜਾ ਨਾ ਇਹਨਾਂ ਦਾ ਮੱਝਾਂ ਬਣਦੀਆਂ ਨਹੀਂ, ਨਵੀਆਂ ਨਹੀਂ ਹੁੰਦੀਆਂ। ਇਹਦੇ ਦੋਵਾਂ ਦੇ ਬਾਰੇ ਸਾਨੂੰ ਥੋੜੀ ਜਿਹੀ ਮਾਲੂਮਾਤ ਦੇ ਦਿਓ। ਇਹਨਾਂ ਨੂੰ ਘਿਓ ਸ਼ੋ ਦੇਣਾ ਚਾਹੀਦਾ, ਤੇਲ ਮਿਰਚਾਂ ਦੇਣੀ ਚਾਹੀਦੀ ਦੁੱਧ। ਕਿੰਨੀਆਂ ਔਰ ਕਿਸ ਤਰ੍ਹਾਂ? ਤੇਲ ਦੇ ਭੇਜ ਦੇ ਦਿਓ। ਠੀਕ ਹੈ। ਤੇ ਮਿਰਚਾਂ ਕਿੰਨੀਆਂ ਕੁ ਹੋਣ? ਪਾ ਹੁਣ। ਸਹੀ ਹੈ। ਤੇ ਜਿਹੜੀ ਮੱਝ ਬਣ ਕੇ ਫਿਰ ਜਾਂਦੀ ਹੈ ਉਹਦਾ ਬਸ ਡਾਕਟਰੀ ਇਲਾਜ ਕਰਨਾ ਪੈਂਦਾ। ਡਾਕਟਰੀ ਇਲਾਜ ਕਰਨਾ ਪੈਂਦਾ। ਇੱਕ ਤੇ ਹੁੰਦਾ ਨਾ ਬਣਦੀ ਨਹੀਂ, ਇੱਕ ਵਾਰ-ਵਾਰ ਬਣਾਉਣੀ ਪੈਂਦੀ ਹੈ ਤੇ ਫਿਰ ਜਾਂਦੀ ਹੈ। ਵਾਹ, ਤੇਲ ਛਿਲ ਦਈਏ ਫਿਰ ਉਹ ਦੋਏ ਡਾਕਟਰੀ। ਤੇਲ ਸਰੋਂ ਦਾ ਕਹਿ ਰਹੇ ਹੋ ਜੀ? ਸਹੀ ਹੋ ਗਿਆ। ਬੜੀ ਤੁਸੀਂ ਅਹਿਮ ਮਾਲੂਮਾਤ ਦਿੱਤੀਆਂ ਨੇ, ਲੋਕ ਤੁਹਾਡੇ ਨਾਲ ਰਾਬਤਾ ਵੀ ਕਰਨਗੇ। ਤੇ ਕੋਈ ਮਸ਼ਵਰਾ ਤਾਂ ਸਾਨੂੰ ਐਸੀ ਗੱਲ ਦੱਸ ਦਿਓ ਜਿਹੜੇ ਲੋਕ ਇਸ ਕੰਮ 'ਚ ਆਉਣਾ ਚਾਹੁੰਦੇ ਨੇ। ਕੁਝ ਲੋਕ ਕਹਿੰਦੇ ਨੇ ਜੀ ਬਹੁਤ ਜ਼ਿਆਦਾ ਮਿਹਨਤ ਹੈ,
ਇਸ ਸਵੇਰ ਤੋਂ ਲਾ ਕੇ ਸ਼ਾਮ ਤੱਕ ਇਹਨਾਂ ਨਾਲ ਹੀ ਰਹਿਣਾ ਪੈਂਦਾ ਹੈ। ਪੱਠਿਆਂ ਦਾ ਖਰਚਾ ਜਾਂ ਇਹ ਸਾਰਾ ਜਿਹੜਾ ਨਾ ਉਹਨਾਂ ਨੂੰ ਥੋੜਾ ਜਿਹਾ ਸਕੀਮ ਦੱਸ ਦਿਓ ਕੋਈ ਕਿ ਮਿਹਨਤ ਕਿੰਨਾ ਕੁ ਖਰਚ ਆਏਗਾ। ਕੋਈ ਮਿਹਨਤ ਨਹੀਂ, ਕੋਈ ਖਰਚਾ ਨਹੀਂ। 10 ਮੱਝਾਂ ਤੇ ਕਿੰਨਾ ਕੁ ਖਰਚਾ ਆ ਸਕਦਾ ਹੈ? 10 ਮਹੀਆਂ ਤੇ ਹੈ ਕਿ ਰੁਪਿਆ 2-4 ਹਜ਼ਾਰ ਖਾਈ ਹਟਦੀਆਂ ਰੋਜ਼ ਦਾ ਦਿਨ ਦਾ। ਜੀ। ਔਰ 2-4 ਖਾ ਕੇ ਦਿੰਦੀਆਂ ਕਿੰਨਾ ਨੇ ਦੁੱਧ ਔਰ ਪੈਸੇ? ਦੁੱਧ ਹਿਸਾਬ ਲਾ ਲਓ 10 ਮਹੀਆਂ ਦਾ 10 ਕਿਲੋ ਵੀ ਦੁੱਧ ਦੇ ਮੈਂ ਤੇ 100 ਕਿਲੋ ਯਾਨੀ ਕਿ 2.5 ਮਣ ਦੁੱਧ ਹੋ ਜਾਂਦਾ ਜੀ। ਸੇ ਉਹ ਤਕਰੀਬਨ 2.5 ਮਣ ਦੁੱਧ ਦੇ ਕੇ ਤੇ ਕੋਈ 2-3 ਹਜ਼ਾਰ ਖਾ ਲੈਣਗੀਆਂ ਜੀ। ਤੇ ਫਿਰ ਤੇ ਮੁਨਾਫਾ ਬਖਸ਼ੇ ਅਗਰ ਕਿਸੇ ਫਿਰ ਵੀ ਅੱਧੇ ਪੈਸੇ ਬਚ ਜਾਂਦੇ ਨੇ। ਅੱਧੇ ਪੈਸੇ ਬਚ ਜਾਂਦੇ ਨੇ। ਜੀ। ਠੀਕ ਹੈ, ਯਾਨੀ ਇਹ ਇੱਕ ਵਪਾਰੀ ਜਿਹੜੇ ਨੇ, ਜਿਹੜੇ ਸਮਝਦਾਰ ਵਪਾਰੀ ਹੋ ਤੁਸੀਂ, ਔਰ ਤੁਸੀਂ ਇੱਕ ਗਾਰੰਟੀ ਦੇ ਰਹੇ ਹੋ ਕਿ ਅਗਰ ਇਹ ਕੰਮ ਚੱਜ ਨਾਲ ਕੀਤਾ ਜਾਏ ਜੀ। ਤੇ ਅੱਧੇ ਪੈਸੇ ਬਚਾ ਲੈਂਦੇ ਨੇ। ਬਚਾ ਔਰ ਲੈਂਦੇ ਇਹ ਇੱਕ ਐਸਾ ਕਾਰੋਬਾਰ ਹੈ ਜਿਹੜਾ ਸਦਾ ਬਹਾਰ ਹੈ। ਜੀ। ਤੇ ਕਰੋਨਾ ਤੇ ਲਾਕਡਾਊਨ ਚ ਦੱਸਿਓ ਕਿ ਇਹਦਾ ਦੁੱਧ ਦੀ ਡਿਮਾਂਡ ਘਟੀ ਹੈ ਜਾਂ ਚੱਲਦੀ ਹੈ ਵੀ? ਚਲਦੀ ਵੀ। ਇਹ ਨਹੀਂ ਘਟੀ, ਜ਼ਬਰਦਸਤ ਹੋ ਗਿਆ। ਬੜੀ ਤੁਸੀਂ ਅਹਿਮ ਮਾਲੂਮਾਤ ਦਿੱਤੀਆਂ ਨੇ। ਕੋਈ ਆਖਰੀ ਮਸ਼ਵਰਾ, ਐਸਾ ਮਸ਼ਵਰਾ ਜਿਹੜਾ ਗੁਰ ਹੈ, ਜਿਹੜਾ ਤੁਹਾਡਾ ਸਦਕਾ ਜਾਰੀ ਹੋਈ ਹੈ ਜ਼ਿੰਦਗੀ ਭਰ ਵਾਸਤੇ, ਕਿਸੇ ਵੀ ਭਰਾ ਦਾ ਨੁਕਸਾਨ ਨਾ ਹੋਏ, ਕੋਈ ਉਹਨੂੰ ਐਸੀ ਗੱਲ ਸਮਝਾ ਛੱਡੋ ਕਿ ਅਗਰ ਇਹ ਕੰਮ ਕਰਨਾ ਹੀ ਇਹ ਕਰੀ ਫਿਰ ਤੇਰਾ ਨੁਕਸਾਨ ਨਹੀਂ ਹੋਏਗਾ। ਦੁੱਧ 'ਚ ਪਾਣੀ ਨਾ ਪਾਏ। ਓਏ ਹੋਏ ਜ਼ਬਰਦਸਤ। ਝੂਠ ਨਾ ਮਾਰੇ। ਝੂਠ ਨਾ ਮਾਰੇ, ਦੁੱਧ 'ਚ ਪਾਣੀ ਨਾ ਪਾਏ, ਦੁੱਧ 'ਚ ਪਾਣੀ ਦਾ ਉਹਨੂੰ ਕੋਈ ਘਾਟਾ ਨਹੀਂ। ਇਮਾਨਦਾਰੀ ਕਰੇ ਉਹਨੂੰ ਕੋਈ ਘਾਟਾ ਨਹੀਂ। ਇਮਾਨਦਾਰੀ ਨਾਲ ਕੰਮ ਕਰੀਏ ਤੇ ਕੋਈ ਘਾਟਾ ਨਹੀਂ। ਕੀ ਬਾਤ ਹੈ। ਤੇ ਅੱਲਾਹ ਤਾਲਾ ਜ਼ਾਤ ਵੀ ਬਰਕਤ ਪਾਉਂਦੀ ਹੈ। ਜੀ। ਨਵਾਜ਼ ਸਾਹਿਬ ਤੋਂ ਸਾਨੂੰ ਚੋੜ ਕੱਢ ਛੜਿਆ, ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇ। ਬਹੁਤ ਸ਼ੁਕਰੀਆ ਜੀ। ਅਸਲਾਮ ਅਲੈਕੁਮ। ਬਹੁਤ ਸੋਹਣਾ।